ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਜੌਬਸ ਅਕੈਡਮੀ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਬਹੁਤ ਸਵਾਗਤ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮ ਨੇ ਸਾਰਿਆਂ ਦੀਆਂ ਜਿਹੜੀਆਂ ਡੇਟਸ ਨੇ ਆਊਟ ਹੋਣ ਲੱਗ ਚੁੱਕੀਆਂ ਨੇ। ਪੰਜਾਬ ਪੁਲਿਸ ਦੇ ਵੀ ਜਿਹੜੇ ਤਿੰਨੋਂ ਐਗਜ਼ਾਮ ਨੇ ਉਹਨਾਂ ਦੇ ਵੀ ਅਕਤੂਬਰ ਦੇ ਵਿੱਚ ਹੋਣ ਦੀ ਪੂਰੀ ਸੰਭਾਵਨਾ ਹੈ। ਤੇ ਤੁਹਾਨੂੰ ਸਾਰਿਆਂ ਨੂੰ ਇਹ ਵੀ ਪਤਾ ਹੀ ਹੈ ਕਿ ਪੰਜਾਬ ਦੇ ਜਿੰਨੇ ਵੀ ਐਗਜ਼ਾਮਸ ਨੇ ਸਾਰਿਆਂ ਦਾ ਸਿਲੇਬਸ ਤਕਰੀਬਨ ਮਿਲਦਾ ਜੁਲਦਾ ਹੈ, ਪਰ ਜਿਹੜਾ ਡੈਰੀ ਡਿਵੈਲਪਮੈਂਟ ਇੰਸਪੈਕਟਰ ਦਾ ਸਿਲੇਬਸ ਹੈ ਉਹ ਬਾਕੀ ਸਾਰੇ ਐਗਜ਼ਾਮਸ ਨਾਲੋਂ ਥੋੜ੍ਹਾ ਜਿਹਾ ਡਿਫਰੈਂਟ ਹੈ। ਠੀਕ ਹੈ ਜੀ, ਆਪਾਂ ਕੋਸ਼ਿਸ਼ ਕਰਾਂਗੇ ਟੌਪਿਕ ਬਾਏ ਟੌਪਿਕ ਜਿੰਨਾ ਵੀ ਸਿਲੇਬਸ ਹੋ ਸਕਦਾ ਉਹਨੂੰ ਕਵਰ ਕਰ ਸਕੀਏ, ਤਾਂ ਕਿ ਜਿਹੜਾ ਵੀ ਤੁਸੀਂ ਇਹ ਐਗਜ਼ਾਮ ਦੇਣਾ ਹੈ ਇਹਦੇ ਵਿੱਚ ਵਧੀਆ ਸਕੋਰ ਕਰ ਸਕੋ। ਠੀਕ ਹੈ ਜੀ, ਇਸ ਤੋਂ ਪਹਿਲਾਂ ਵੀ ਤੁਹਾਨੂੰ ਇੱਕ ਵੀਡੀਓ ਬਣਾ ਕੇ ਦਿੱਤੀ ਸੀ ਜਿਹਦੇ ਵਿੱਚ ਆਪਾਂ ਕੁਝ ਇੰਪੋਰਟੈਂਟ ਟਰਮੀਨੋਲੋਜੀ ਨੂੰ ਕਵਰ ਕੀਤਾ ਸੀ, ਤੇ ਅੱਜ ਦੂਸਰੀ ਵੀਡੀਓ ਹੈ ਇਹ। ਚੱਲਦੇ ਹਾਂ ਅੱਗੇ। ਦੇਖੋ, ਸਭ ਤੋਂ ਪਹਿਲਾਂ ਹੈ ਆਪਣੇ ਕੋਲੇ ਕ੍ਰਿਪਟੋਕਿਡ ਹੁੰਦਾ ਹੈ ਉਹ ਮੇਲ ਐਨੀਮਲ ਜਿਹਦੇ ਇੱਕ ਟੈਸਟੀਕਲਸ ਦਾ ਜਾਂ ਦੋਨੋਂ ਟੈਸਟੀਕਲਸ ਮਤਲਬ ਅੰਡਕੋਸ਼ ਜਿਹਦੇ ਦੋਨੋਂ ਕੰਮ ਨਹੀਂ ਕਰਦੇ ਉਹਨੂੰ ਆਪਾਂ ਕ੍ਰਿਪਟੋਕਿਡ ਕਹਿੰਦੇ ਹਾਂ। ਠੀਕ ਹੈ ਜੀ, ਨਾਰਮਲੀ ਬਚਪਨ ਤੋਂ ਹੀ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਹੁੰਦਾ ਹੈ, ਪਰ ਬਾਅਦ ਦੇ ਵਿੱਚ ਇਹ ਪ੍ਰੋਬਲਮ ਜਿਹੜੀ ਸੋਲਵ ਹੋ ਜਾਂਦੀ ਹੈ। ਪਰ ਜਿਹਦੇ ਵਿੱਚ ਬਾਅਦ ਦੇ ਵਿੱਚ ਵੀ ਪ੍ਰੋਬਲਮ ਇਹ ਸੋਲਵ ਨਹੀਂ ਹੋ ਸਕਦੀ ਤਾਂ ਉਹ ਫਿਰ ਮਤਲਬ ਡੋਮੈਸਟਿਕਲੀ ਉਹਨੂੰ ਸਿਰਫ ਕਮਰਸ਼ੀਅਲ ਤੌਰ 'ਤੇ ਯੂਜ਼ ਕੀਤਾ ਜਾ ਸਕਦਾ ਹੈ। ਠੀਕ ਹੈ ਜੀ, ਮਤਲਬ ਕਿ ਆਪਾਂ ਪ੍ਰੋਡਕਸ਼ਨ ਵਾਸਤੇ ਉਹਨੂੰ ਯੂਜ਼ ਨਹੀਂ ਕਰ ਸਕਦੇ। ਉਸ ਤੋਂ ਬਾਅਦ ਦੂਸਰਾ ਆ ਜਾਂਦਾ ਕਲਿੰਗ ਦਾ ਮਤਲਬ ਹੁੰਦਾ ਵੱਢਣਾ। ਠੀਕ ਹੈ ਜੀ, ਰਿਮੂਵ ਕਰ ਦੇਣਾ ਉਸ ਜਾਨਵਰ ਨੂੰ ਜਿਹਦਾ ਕਿ ਹੁਣ ਆਪਾਂ ਮਤਲਬ ਕਿ ਐਵੇਂ ਮੰਨ ਲਓ ਕਿ ਜੇ ਕੋਈ ਜਾਨਵਰ ਬੁੱਢਾ ਹੋ ਗਿਆ, ਕੋਈ ਗਾਂ ਬੁੱਢੀ ਹੋ ਗਈ ਅਤੇ ਮਤਲਬ ਉਹ ਹੁਣ ਕੰਮ ਨਹੀਂ ਕਰ ਸਕਦੀ ਤਾਂ ਉਹਨੂੰ ਨਸਲ ਦੇ ਵਿੱਚੋਂ ਹਟਾ ਦੇਣਾ। ਠੀਕ ਹੈ ਜੀ, ਹਟਾ ਦੇਣਾ ਮਤਲਬ ਤੁਸੀਂ ਐਵੇਂ ਵੀ ਯਾਦ ਰੱਖ ਸਕਦੇ ਹੋ ਕਿ ਵੱਢ ਦੇਣਾ ਜਾਂ ਜਿਵੇਂ ਮਤਲਬ। ਠੀਕ ਹੈ ਜੀ, ਮਤਲਬ ਮੇਨ ਇਹਦਾ ਹੀ ਹੁੰਦਾ ਕਿ ਉਹਨੂੰ ਨਸਲ ਦੇ ਵਿੱਚੋਂ ਹਟਾ ਦੇਣਾ ਕਿ ਇਹ ਕੰਮ ਦੀ ਨਹੀਂ ਰਹੀ। ਡੀਟਿਕਿੰਗ ਦਾ ਮਤਲਬ ਹੁੰਦਾ ਟਿਕ ਹੁੰਦੇ ਨੇ, ਮਤਲਬ ਜਿਹੜੇ ਚਿੱਚੜ ਵਗੈਰਾ ਪਿੱਸੂ ਕਹਿੰਦੇ ਆ ਨੋਰਮਲ ਭਾਸ਼ਾ ਦੇ ਵਿੱਚ ਆਪਾਂ ਲੱਗ ਜਾਂਦੇ ਨੇ ਗਾਵਾਂ ਨੂੰ ਮੱਝਾਂ ਨੂੰ। ਠੀਕ ਹੈ, ਉਹਨਾਂ ਨੂੰ ਹਟਾਉਣ ਦੇ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ ਹੈ? ਡੀਟਿਕਿੰਗ। ਚੱਲਦੇ ਹਾਂ ਅੱਗੇ। ਦੇਖੋ, ਡਰਾਈ ਪੀਰੀਅਡ ਆਹ ਸਮਝੋ ਤੁਸੀਂ। ਦੇਖੋ, ਇੱਕ ਵਾਰ ਦੋ ਜਾਨਵਰ ਹੁੰਦੇ ਆਪਣੇ ਕੋਲੇ, ਕਾਓ ਅਤੇ ਬੁੱਲ। ਠੀਕ ਹੈ ਜੀ, ਇਹਨਾਂ ਦੋਨਾਂ ਦੀ ਜਿਸ ਟਾਈਮ ਆਪਾਂ ਮੈਟਿੰਗ ਕਰਵਾਉਂਦੇ ਹਾਂ ਇਹਨਾਂ ਤੋਂ ਬੱਚੇ ਪੈਦਾ ਕਰਾਉਣ ਲਈ ਉਹਨੂੰ ਆਪਾਂ ਕਹਿੰਦੇ ਹਾਂ ਬਰੀਡਿੰਗ ਕਰਵਾਉਣਾ। ਠੀਕ ਹੈ ਜੀ, ਬਰੀਡਿੰਗ ਕਰਵਾਈ ਆਪਾਂ ਇਹਨਾਂ ਤੋਂ। ਜਿਸ ਟਾਈਮ ਬਰੀਡਿੰਗ ਕਰਵਾਈ ਤਾਂ ਆਪਣੇ ਕੋਲੇ ਦੋ ਪੋਸੀਬਿਲਿਟੀਜ਼ ਹੁੰਦੀਆਂ ਨੇ ਕਿ ਜਾਂ ਤਾਂ ਫੀਮੇਲ ਬੱਚਾ ਹੋਏਗਾ ਅਤੇ ਜਾਂ ਫਿਰ ਮੇਲ ਹੋਏਗਾ। ਨਾਰਮਲੀ ਆਪਾਂ ਉਹਨੂੰ ਕਾਫ ਕਹਿੰਦੇ ਹਾਂ। ਠੀਕ ਹੈ, ਪਰ 1 ਸਾਲ ਤੱਕ ਦੇ ਜਿਹੜੇ ਮੇਲ ਬੱਚਾ ਹੈ 1 ਸਾਲ ਤੱਕ ਦੇ ਮੇਲ ਬੱਚੇ ਨੂੰ ਆਪਾਂ ਕਹਿੰਦੇ ਹਾਂ ਬੁੱਲ ਕਾਫ। ਠੀਕ ਹੈ ਜੀ, ਅਤੇ ਜਿਹੜੀ 1 ਸਾਲ ਤੱਕ ਦੀ ਫੀਮੇਲ ਹੈ 1 ਸਾਲ ਤੱਕ ਦੀ ਜਿਹੜੀ ਫੀਮੇਲ ਹੈ ਉਹਨੂੰ ਆਪਾਂ ਕਹਿੰਦੇ ਹਾਂ ਹਾਈਫਰ ਕਾਫ। ਠੀਕ ਹੈ, ਹੁਣ ਜਿਹੜਾ ਬੁੱਲ ਕਾਫ 1 ਸਾਲ ਤੋਂ ਬਾਅਦ ਕੀ ਬਣ ਜਾਂਦਾ? ਇਹ ਬੁੱਲ ਦੀ ਕੈਟਾਗਰੀ ਦੇ ਵਿੱਚ ਆ ਜਾਂਦਾ। ਪਰ ਜਿਹੜੀ ਹਾਈਫਰ ਕਾਫ ਇਹ 1 ਸਾਲ ਤੋਂ ਬਾਅਦ ਇਹ ਹਾਈਫਰ ਬਣ ਜਾਂਦੀ ਹੈ। ਹਾਈਫਰ ਦਾ ਮਤਲਬ ਹੁੰਦਾ ਹੈ ਉਹ ਗਾਂ ਜਾਂ ਉਹ ਬੱਚੀ ਕਹਿ ਸਕਦੇ ਹਾਂ ਜਿਹਨੇ ਇੱਕ ਵਾਰ ਵੀ ਅਜੇ ਮਤਲਬ ਪ੍ਰੈਗਨੈਂਟ ਇੱਕ ਵਾਰ ਵੀ ਨਹੀਂ ਹੋਈ। ਠੀਕ ਹੈ ਜੀ, ਉਸ ਤੋਂ ਬਾਅਦ ਜਿਸ ਟਾਈਮ ਇੱਕ ਵਾਰ ਪ੍ਰੈਗਨੈਂਟ ਹੋ ਜਾਂਦੀ ਹੈ ਤਾਂ ਉਸ ਨੂੰ ਉਹ ਕੀ ਬਣ ਜਾਂਦੀ ਹੈ? ਫਿਰ ਕਾਓ ਬਣ ਜਾਂਦੀ ਹੈ, ਗਾਂ ਕਹਿੰਦੇ ਆਪਾਂ, ਹੈ ਨਾ, ਗਾਂ। ਠੀਕ ਹੈ, ਮੱਝਾਂ ਵਾਸਤੇ ਜਿਵੇਂ ਆਪਾਂ ਹਾਈਫਰ ਜਾਂ ਆਪਾਂ ਝੋਟੀ ਵਰਡ ਯੂਜ਼ ਕਰਦੇ ਹਾਂ। ਠੀਕ ਹੈ ਜੀ, ਤਾਂ ਉਸ ਤੋਂ ਬਾਅਦ ਉਹ ਮੱਝ ਬਣ ਜਾਂਦੀ ਹੈ। ਉਵੇਂ ਹੀ ਜਿਹੜੀ ਗਾਂ ਹੁੰਦੀ ਆ ਉਹਨੂੰ ਆਪਾਂ ਪਹਿਲਾਂ ਕੀ ਕਹਿੰਦੇ ਹਾਂ? ਹਾਈਫਰ ਕਹਿੰਦੇ ਹਾਂ, ਉਸ ਤੋਂ ਬਾਅਦ ਉਹ ਗਾਂ ਬਣ ਜਾਂਦੀ ਹੈ। ਦੇਖੋ ਹੁਣ ਅੱਗੇ, ਦੇਖੋ ਹੁਣ ਗਾਂ ਬਣ ਗਈ। ਠੀਕ ਹੈ ਜੀ, ਜਿਸ ਟਾਈਮ ਉਹ ਪ੍ਰੈਗਨੈਂਟ ਹੋਈ ਗਾਂ, ਜਿਸ ਟਾਈਮ ਪ੍ਰੈਗਨੈਂਟ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਹਾਂ ਉਹਦਾ ਜੈਸਟੇਸ਼ਨ ਪੀਰੀਅਡ। ਠੀਕ ਹੈ ਜੀ, ਜੈਸਟੇਸ਼ਨ ਪੀਰੀਅਡ। ਉਸ ਤੋਂ ਬਾਅਦ ਉਹਨੇ ਜੈਸਟੇਸ਼ਨ ਪੀਰੀਅਡ ਤੋਂ ਬਾਅਦ ਜਿਸ ਟਾਈਮ ਉਹਦੀ ਪ੍ਰੈਗਨੈਂਸੀ ਮਤਲਬ ਡਿਲੀਵਰੀ ਹੋਣ ਤੋਂ ਬਾਅਦ ਗਾਂ ਨੇ ਦੁੱਧ ਦੇਣਾ ਸ਼ੁਰੂ ਕੀਤਾ। ਤਾਂ ਜਿਸ ਟਾਈਮ ਦੁੱਧ ਦੇਣਾ ਸ਼ੁਰੂ ਕਰਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਹਾਂ? ਲੈਕਟੇਟਿੰਗ ਲੈਂਥ। ਠੀਕ ਹੈ ਜੀ, ਉਹਨੂੰ ਆਪਾਂ ਲੈਕਟੇਟਿੰਗ ਲੈਂਥ ਕਹਿੰਦੇ ਹਾਂ। ਲੈਕਟੇਟਿੰਗ ਲੈਂਥ ਤੋਂ ਬਾਅਦ ਜਿਸ ਟਾਈਮ ਉਹਨੇ ਦੁੱਧ ਦੇਣਾ ਬੰਦ ਕਰਤਾ ਮਤਲਬ ਉਹਦਾ ਦੁੱਧ ਨਾਰਮਲੀ ਮੰਨ ਲਓ ਕਿ ਸੁੱਕ ਗਿਆ ਤਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ? ਉਹਦਾ ਡਰਾਈ ਪੀਰੀਅਡ। ਠੀਕ ਹੈ ਜੀ, ਡਰਾਈ ਪੀਰੀਅਡ ਹੋ ਗਿਆ। ਪਰ ਇਹਨਾਂ ਦੋਨਾਂ ਹੀ ਪੀਰੀਅਡ ਨੂੰ ਜਦੋਂ ਜਿਹੜਾ ਇੱਕ ਜਿਵੇਂ ਨਾਰਮਲ ਭਾਸ਼ਾ ਦੇ ਵਿੱਚ ਆਪਾਂ ਵਰਡ ਯੂਜ਼ ਕਰਦੇ ਹਾਂ ਕਿ ਸੂਆ ਲੈਣਾ,
ਗਾਂ ਜਾਂ ਮੱਝ ਦਾ ਸੂਆ ਕਹਿੰਦੇ ਹਨ। ਤਾਂ ਇੱਕ ਸੂਏ ਤੋਂ ਦੂਸਰੇ ਸੂਏ ਦੇ ਵਿਚਕਾਰ ਦਾ ਜਿਹੜਾ ਮਤਲਬ ਕਿ ਇੱਕ ਪ੍ਰੈਗਨੈਂਸੀ ਤੋਂ ਦੂਸਰੀ ਪ੍ਰੈਗਨੈਂਸੀ ਦੇ ਵਿਚਕਾਰ ਦਾ ਜਿਹੜਾ ਟਾਈਮ ਹੁੰਦਾ ਏ ਉਹਨੂੰ ਆਪਾਂ ਨਾਰਮਲੀ ਕੀ ਕਹਿੰਦੇ ਆ, ਇੰਟਰਕਾਲਵਿੰਗ ਪੀਰੀਅਡ। ਇੰਟਰਕਾਲਵਿੰਗ ਪੀਰੀਅਡ, ਕਾਲਵਿੰਗ ਹੁੰਦਾ ਏ, ਕਾਲਵਿੰਗ ਜਿਹੜਾ ਆਪਾਂ ਸੂਆ ਕਹਿੰਦੇ ਆ ਬੱਚਾ ਮਤਲਬ ਗਾਂ ਦਾ ਜਾਂ ਮੱਝ ਦਾ, ਉਹਨੂੰ ਕਾਲਵਿੰਗ ਕਹਿੰਦੇ ਆ। ਕੁਛ ਬੱਚਿਆਂ ਦੇ ਦਿਮਾਗ 'ਚ ਘੁੰਮ ਰਿਹਾ ਹੋਣਾ ਕਿ ਗਾਂ ਨੂੰ ਸਪੈਸ਼ਲ ਗਾਂ 'ਤੇ ਫੋਕਸ ਕਰ ਰਹੇ ਹਾਂ, ਮੱਝ ਦੇਖੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਮੱਝ ਆਪਾਂ ਡੋਮੈਸਟਿਕਲੀ ਯੂਜ਼ ਜ਼ਰੂਰ ਕਰਦੇ ਹਾਂ, ਪਰ ਅਸਲ ਦੇ ਵਿੱਚ ਜਿਹੜੀ ਮੱਝ ਹੈ ਉਹਨੂੰ ਵਾਈਲਡ ਕੈਟਾਗਰੀ ਦੇ ਵਿੱਚ ਰੱਖਿਆ ਜਾਂਦਾ, ਮਤਲਬ ਵਾਈਲਡ ਐਨੀਮਲ ਦੀ ਕੈਟਾਗਰੀ ਦੇ ਵਿੱਚ, ਠੀਕ ਹੈ ਜੀ। ਪਰ ਉਹਦੇ ਲਈ ਆਪਾਂ ਅਲੱਗ ਤੋਂ ਇੱਕ ਵੀਡੀਓ ਜ਼ਰੂਰ ਬਣਾਵਾਂਗੇ ਤਾਂ ਕਿ ਮੱਝ ਦਾ ਜਿਹੜਾ ਵੀ ਟੌਪਿਕ ਆ ਪੂਰਾ ਉਹ ਤੁਹਾਨੂੰ ਉਹਦੇ ਬਾਰੇ ਸਮਝਾ ਸਕੀਏ, ਕਿਉਂਕਿ ਮੱਝ ਅਤੇ ਗਾਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਹੁੰਦਾ। ਜਿਵੇਂ ਗਾਂ ਨੂੰ ਆਪਾਂ ਨਾਰਮਲੀ ਫੀਮੇਲ ਨੂੰ ਕਾਓ ਕਹਿ ਦਿੰਦੇ ਹਾਂ ਅਤੇ ਮੇਲ ਦੇ ਲਈ ਬੁੱਲ ਯੂਜ਼ ਕਰਦੇ ਹਾਂ, ਪਰ ਜਿਹੜੀ ਮੱਝ ਹੈ ਉਹਦੇ ਲਈ ਆਪਾਂ ਨਾਰਮਲੀ ਬਫਲੋ ਹੀ ਯੂਜ਼ ਕਰਦੇ ਹਾਂ, ਠੀਕ ਹੈ ਜੀ। ਅਤੇ ਦੋਨਾਂ ਦਾ ਜਿਹੜਾ ਪ੍ਰੈਗਨੈਂਸੀ ਪੀਰੀਅਡ ਤਾਂ ਤਕਰੀਬਨ ਨਾਰਮਲੀ ਹੁੰਦਾ। ਗਾਂ ਦਾ ਜਿਹੜਾ ਨਾਰਮਲੀ ਜਿਹੜਾ ਜੈਸਟੇਸ਼ਨ ਪੀਰੀਅਡ ਹੁੰਦਾ ਜਿਹਨੂੰ ਆਪਾਂ ਪ੍ਰੈਗਨੈਂਸੀ ਕਹਿੰਦੇ ਹਾਂ, ਐਵਰੇਜ 283 ਡੇਜ਼ ਹੁੰਦਾ ਇਹਦਾ, ਠੀਕ ਹੈ ਜੀ, 283 ਡੇਜ਼। ਜਿਹੜੇ ਐਡੀਸ਼ਨਲ ਪੁਆਇੰਟਸ ਨੇ ਨੋਟ ਕਰਦੇ ਚੱਲਿਓ, ਦੇਖੋ ਹੁਣ ਅੱਗੇ ਠੀਕ ਹੈ। ਹੁਣ ਆਪਾਂ ਕਰ ਰਹੇ ਸੀ ਡਰਾਈ ਪੀਰੀਅਡ। ਡਰਾਈ ਪੀਰੀਅਡ ਸਮਝ ਆ ਗਿਆ ਹੋਣਾ, ਜਿਸ ਟਾਈਮ ਜਿਹੜੀ ਗਾਂ ਉਹ ਦੁੱਧ ਸੁੱਕ ਜਾਂਦੀ ਹੈ। ਉਸ ਤੋਂ ਬਾਅਦ ਡੀਵਾਰਮਿੰਗ। ਡੀਵਾਰਮਿੰਗ ਕਦੇ ਕਦੇ ਜਿਹੜੇ ਮਤਲਬ ਜਾਨਵਰਾਂ ਦੇ ਅੰਦਰ ਕੀੜੇ ਪੈ ਜਾਂਦੇ ਨੇ, ਜਿਸ ਟਾਈਮ ਉਹ ਉਹਨਾਂ ਦਾ ਐਕਸਕ੍ਰੀਟਾ ਵਗੈਰਾ ਬਾਹਰ ਨਿਕਲਦਾ ਹੈ, ਗੋਹਾ ਗੋਬਰ ਕਹਿੰਦੇ ਹਾਂ, ਠੀਕ ਹੈ ਜੀ, ਉਹਦੇ ਵਿੱਚ ਵੀ ਤੁਹਾਨੂੰ ਕੀੜੇ ਦੇਖਣ ਨੂੰ ਮਿਲਦੇ ਨੇ, ਤਾਂ ਉਹਨੂੰ ਰਿਮੂਵ ਕਰਨ ਦਾ ਜਿਹੜਾ ਪ੍ਰੋਸੈਸ ਹੁੰਦਾ ਉਹਨੂੰ ਡੀਵਾਰਮਿੰਗ ਕਹਿੰਦੇ ਆਪਾਂ, ਠੀਕ ਹੈ। ਡਿਸਬਰਡਿੰਗ ਹੁੰਦਾ ਜਿਸ ਟਾਈਮ ਛੋਟੇ ਹੁੰਦੇ ਨੇ ਬੱਚੇ, ਬੱਚਾ ਜਾਂ ਬੱਚੀ, ਉਹਨਾਂ ਦੇ ਸਿੰਗਾਂ ਦੀ ਜਿਹੜੀ ਗਰੋਥ ਹੈ, ਗਰੋਥ ਨੂੰ ਰੋਕਣ ਦੇ ਲਈ ਉਹਨਾਂ ਦੇ ਸਿੰਗ ਕੱਢ ਦਿੰਦੇ ਨੇ। ਨਾਰਮਲੀ ਜਿਹੜੇ ਕੱਢਣ ਵਾਲੇ ਜਿਹੜੇ ਪ੍ਰੋਫੈਸ਼ਨਲਸ ਹੁੰਦੇ ਨੇ ਉਹਨਾਂ ਕੋਲ ਆਪਣੇ ਟੂਲਸ ਹੁੰਦੇ ਨੇ, ਉਹ ਕੈਮੀਕਲਸ ਜਾਂ ਮਕੈਨੀਕਲ ਮੈਥਡ ਨਾਲ ਜਿਵੇਂ ਮਰਜ਼ੀ ਕਰਕੇ ਜਿਹੜੇ ਉਹਨਾਂ ਦੇ ਸਿੰਗ ਕੱਢ ਦਿੰਦੇ ਨੇ, ਉਹਨੂੰ ਆਪਾਂ ਡਿਸਬਰਡਿੰਗ ਕਹਿੰਦੇ ਹਾਂ। ਅਤੇ ਉਸ ਤੋਂ ਬਾਅਦ ਐਨਰਜੀ ਫੀਡ। ਐਨਰਜੀ ਫੀਡ ਹੁੰਦਾ ਜਿਹਦੇ ਵਿੱਚ 20% ਤੋਂ ਘੱਟ ਕੱਚਾ ਪ੍ਰੋਟੀਨ ਹੁੰਦਾ ਹੈ, 20% ਤੋਂ ਘੱਟ ਕੱਚਾ ਪ੍ਰੋਟੀਨ ਹੁੰਦਾ, ਉਹਨੂੰ ਆਪਾਂ ਐਨਰਜੀ ਫੀਡ ਕਹਿੰਦੇ ਹਾਂ। ਫ੍ਰੀ ਮਾਰਟਿਨ, ਦੇਖੋ ਫ੍ਰੀ ਮਾਰਟਿਨ ਸਮਝੋ, ਕਦੇ ਕਦੇ ਕੀ ਹੁੰਦਾ ਹੈ ਕਿ ਜਿਹੜਾ ਗਾਂ ਹੁੰਦੀ ਹੈ ਨਾ, ਗਾਂ, ਇੱਕ ਮਿੰਟ ਅਲੱਗ ਭੇਜ ਲੈਣ ਦਿਓ, ਗਾਂ ਦੇ ਕਦੇ ਕਦੇ ਕੀ ਹੁੰਦਾ ਹੈ, ਜੁੜਵਾ ਬੱਚਿਆਂ ਨੂੰ ਜਨਮ ਦਿੰਦੀ ਆ। ਉਹ ਜੁੜਵਾ ਬੱਚਿਆਂ ਨੂੰ ਜਨਮ ਦਿੰਦੀ ਆ ਤਾਂ ਇੱਕ ਫੀਮੇਲ ਹੋ ਜਾਂਦਾ ਹੈ ਅਤੇ ਇੱਕ ਮੇਲ ਹੋ ਜਾਂਦਾ ਹੈ। ਤਾਂ ਜਿਹੜਾ ਮੇਲ ਹੁੰਦਾ ਇਹ ਨਾਰਮਲੀ ਬੁੱਲ ਬਣ ਜਾਂਦਾ, ਪਰ ਜਿਹੜੀ ਫੀਮੇਲ ਹੁੰਦੀ ਆ ਕਦੇ ਕਦੇ ਇਹ ਵੱਡੇ ਹੋ ਕੇ ਅੱਗੇ ਪ੍ਰੋਡਕਸ਼ਨ ਕਰਨ ਦੇ ਕਾਬਿਲ ਨਹੀਂ ਰਹਿੰਦੀ, ਠੀਕ ਹੈ ਜੀ। ਮਤਲਬ ਕਿ ਇਹ ਅੱਗੇ ਜਾ ਕੇ ਬੱਚਿਆਂ ਨੂੰ ਜਨਮ ਨਹੀਂ ਦੇ ਸਕਦੀ, ਤਾਂ ਇਹਨੂੰ ਆਪਾਂ ਕੀ ਕਹਿੰਦੇ ਹਾਂ, ਇਹ ਫ੍ਰੀ ਮਾਰਟਿਨ ਹੈ, ਠੀਕ ਹੈ। ਸਮਝ ਲੱਗ ਗਿਆ। ਕਦੇ ਕਦੇ ਗਾਂ ਜਿਹੜੀ ਜੁੜਵਾ ਬੱਚਿਆਂ ਨੂੰ ਜਨਮ ਦਿੰਦੀ ਹੈ, ਤਾਂ ਉਸ ਤੋਂ ਬਾਅਦ ਆਪਾਂ ਇਹਨੂੰ ਕੀ ਕਹਿੰਦੇ ਹਾਂ, ਫ੍ਰੀ ਮਾਰਟਿਨ ਇਹ ਬਣ ਜਾਂਦੀ ਹੈ। ਫ੍ਰੀ ਮਾਰਟਿਨ ਹੋ ਗਿਆ। ਪੜ੍ਹਨਾ ਤਾਂ ਪੜ੍ਹ ਸਕਦੇ ਹੋ, ਟਵਿਨ ਕਾਫਸ ਡਿਫਰੈਂਟ ਸੈਕਸਸ ਆਰ ਬੋਰਨ, ਠੀਕ ਹੈ ਜੀ। ਹਾਈਫਰ ਕਾਫ ਹੈ ਜਿਹੜੀ, ਉਹ ਜਿਹੜੀ ਸਟੈਰਾਈਲ ਨਹੀਂ ਹੁੰਦੀ, ਉਹਨੂੰ ਕੀ ਕਹਿੰਦੇ ਆਪਾਂ, ਮਤਲਬ ਸਟੈਰਾਈਲ ਹੁੰਦੀ ਹੈ, ਸੌਰੀ, ਉਹਨੂੰ ਆਪਾਂ ਫ੍ਰੀ ਮਾਰਟਿਨ ਕਹਿੰਦੇ ਹਾਂ, ਠੀਕ ਹੈ। ਦੇਖੋ ਅੱਗੇ ਚੱਲਦੇ ਹਾਂ। ਗ੍ਰੇਡਿੰਗ ਅਪ, ਇਹਨੂੰ ਵੀ ਸਮਝ ਲਓ ਇੱਕ ਵਾਰੀ। ਦੇਖੋ ਜਿਹੜੀ ਬਰੀਡਿੰਗ ਹੈ, ਬਰੀਡਿੰਗ ਤੁਸੀਂ ਸਮਝ ਚੁੱਕੇ ਹੋ ਕੀ ਹੁੰਦੀ ਹੈ। ਬਰੀਡਿੰਗ ਦੋ ਤਰ੍ਹਾਂ ਦੀ ਹੁੰਦੀ ਹੈ, ਇਨਬਰੀਡਿੰਗ ਅਤੇ ਆਊਟਬਰੀਡਿੰਗ। ਠੀਕ ਹੈ ਜੀ। ਜਿਹੜੀ ਇਨਬਰੀਡਿੰਗ ਹੁੰਦੀ ਹੈ ਇਹ ਅੱਗੇ ਦੋ ਤਰ੍ਹਾਂ ਦੀ ਹੁੰਦੀ ਹੈ, ਕਲੋਜ਼ ਬਰੀਡਿੰਗ ਅਤੇ ਲਾਈਨ ਬਰੀਡਿੰਗ, ਦੋ ਤਰ੍ਹਾਂ ਦੀ। ਜਿਹੜੀ ਆਊਟਬਰੀਡਿੰਗ ਹੁੰਦੀ ਹੈ ਇਹ ਅੱਗੇ ਚਾਰ ਤਰ੍ਹਾਂ ਦੀ ਹੁੰਦੀ ਹੈ, ਚਾਰ ਤਰ੍ਹਾਂ ਦੀ। ਪਹਿਲਾ ਹੁੰਦਾ ਆਊਟ ਕ੍ਰੋਸਿੰਗ, ਦੂਜਾ ਹੁੰਦਾ ਕ੍ਰੋਸ ਬਰੀਡਿੰਗ, ਠੀਕ ਹੈ ਜੀ। ਉਸ ਤੋਂ ਬਾਅਦ ਤੀਸਰਾ ਹੋ ਜਾਂਦਾ ਗ੍ਰੇਡਿੰਗ ਅਪ ਅਤੇ ਚੌਥਾ ਹੋ ਜਾਂਦਾ ਹੈ ਜਿਹਨੂੰ ਤੁਸੀਂ ਨਾਰਮਲੀ ਹਾਈਬ੍ਰਿਡ ਕੈਟਾਗਰੀ ਦੇ ਵਿੱਚ ਰੱਖਦੇ ਹੋ, ਆਪਾਂ ਕਹਿੰਦੇ ਹਾਂ ਉਹਨੂੰ ਸਪੀਸੀਜ਼ ਹਾਈਬ੍ਰਿਡੇਸ਼ਨ, ਮਤਲਬ ਹਾਈਬ੍ਰਿਡੇਸ਼ਨ ਕਹਿੰਦੇ ਉਹਨੂੰ ਆਪਾਂ, ਠੀਕ ਹੈ ਜੀ। ਦੇਖੋ ਹੁਣ ਜਿਹੜੀ ਇਨਬਰੀਡਿੰਗ ਦਾ ਮਤਲਬ ਹੁੰਦਾ ਹੈ ਕਿ ਇੱਕੋ ਕੈਟਾਗਰੀ ਦੇ ਵਿੱਚ ਅਲੱਗ-ਅਲੱਗ ਬੱਚਿਆਂ ਦਾ ਜਨਮ ਕਰਵਾ ਦੇਣਾ, ਮਤਲਬ ਸੌਰੀ ਵੀ ਇੱਕੋ ਪੇਰੈਂਟਸ ਤੋਂ। ਇੱਕ ਮਿੰਟ ਐਗਜ਼ਾਮਪਲ ਦੇ ਨਾਲ ਸਮਝੋ। ਦੇਖੋ
ਦੇਖੋ, ਇੱਕ ਕਾਓ ਅਤੇ ਬੁੱਲ ਨੇ ਇੱਕ ਬੱਚੇ ਨੂੰ ਮਤਲਬ ਵੱਛੀ ਨੂੰ ਜਨਮ ਦਿੱਤਾ। ਤਾਂ ਜਿਸ ਟਾਈਮ ਵੱਛੀ ਨੂੰ ਜਨਮ ਦਿੱਤਾ, ਜਦੋਂ ਬੱਚੀ ਨੂੰ ਜਨਮ ਦਿੱਤਾ, ਹੁਣ ਬੱਚੀ ਨੂੰ ਤਾਂ ਨਹੀਂ ਪਤਾ ਕਿ ਇਹ ਮੇਰਾ ਫਾਦਰ ਹੈ, ਠੀਕ ਹੈ ਜੀ। ਜਿਸ ਟਾਈਮ ਵੱਛੀ ਅੱਗੇ ਪ੍ਰੋਡਕਸ਼ਨ ਦੇ ਲਾਇਕ ਹੋਈ, ਮਤਲਬ ਬੱਚਾ ਪੈਦਾ ਕਰਨ ਦੇ ਕਾਬਿਲ ਹੋਈ, ਤਾਂ ਇਹ ਤੋਂ ਹੀ ਆਪਾਂ ਅੱਗੇ ਇਹਦੀ ਵੀ ਅੱਗੇ ਬਰੀਡਿੰਗ ਕਰਵਾਤੀ, ਠੀਕ ਹੈ ਜੀ। ਉਸ ਦੀ ਵੀ ਅੱਗੇ ਕੋਈ ਬੱਚੀ ਹੋਈ ਹੋਣੀ, ਤਾਂ ਉਹਦੀ ਵੀ ਆਪਾਂ ਅੱਗੇ ਜਾਂ ਤਾਂ ਇਸੇ ਬੁੱਲ ਤੋਂ ਬਰੀਡਿੰਗ ਕਰਵਾਤੀ ਜਾਂ ਇਸੇ ਦੇ ਹੀ ਕਿਸੇ ਬੱਚੇ ਤੋਂ ਇਹਦੀ ਅੱਗੇ ਬਰੀਡਿੰਗ ਕਰਵਾਤੀ। ਤਾਂ ਕੀ ਹੋ ਗਿਆ, ਇੱਕ ਕਲੋਜ਼ ਰਿਲੇਸ਼ਨ ਹੋ ਗਿਆ ਦੋਨਾਂ ਦੇ ਵਿੱਚ, ਠੀਕ ਹੈ ਜੀ। ਉਹਨੂੰ ਤਾਂ ਨਹੀਂ ਪਤਾ ਕਿ ਮੇਰਾ ਅੱਗੇ ਰਿਲੇਸ਼ਨ ਕੀ ਬਣ ਰਿਹਾ ਉਹਦੇ ਨਾਲ, ਪਰ ਆਪਾਂ ਨੂੰ ਮਤਲਬ ਇਨਸਾਨ ਨੂੰ ਤਾਂ ਪਤਾ ਹੈ, ਪਰ ਮਤਲਬ ਉਹਨੂੰ ਇਸ ਤਰ੍ਹਾਂ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ ਜੀ। ਇਹ ਤਾਂ ਹੋ ਜਾਂਦੀ ਹੈ ਕਲੋਜ਼ ਬਰੀਡਿੰਗ। ਪਰ ਜਦੋਂ ਇੱਕੋ ਹੀ ਪੇਰੈਂਟਸ ਦੇ ਬੱਚਿਆਂ ਦੇ ਵਿੱਚ ਹੁੰਦਾ ਹੈ, ਦੇਖੋ ਹੁਣ ਉਸੇ ਗਾਂ ਅਤੇ ਉਸੇ ਬੁੱਲ ਦੇ ਬੱਚਿਆਂ ਨੂੰ ਇਹਨਾਂ ਦੇ ਅੱਗੇ ਬੱਚੇ ਹੋਏ, ਮੰਨ ਲਓ ਇਹਨਾਂ ਨੇ 4 ਬੱਚੇ ਹੋਏ ਇਹਨਾਂ ਦੇ, ਠੀਕ ਹੈ ਜੀ। ਇਹਨਾਂ ਦੇ ਵਿੱਚੋਂ 2 ਮੇਲ ਜਾਂ ਫੀਮੇਲ ਦੀ ਆਪਸ ਦੇ ਵਿੱਚ ਅੱਗੇ ਪ੍ਰੋਡਕਸ਼ਨ ਕਰਵਾਤੀ। ਅੱਗੇ ਇਹਨਾਂ ਦੇ ਜਿਹੜੇ ਬੱਚੇ ਹੋਏ, ਉਹਨਾਂ ਦੇ ਵਿੱਚੋਂ ਵੀ ਕਿਸੇ 2 ਦੀ ਆਪਸ ਦੇ ਵਿੱਚ ਬਰੀਡਿੰਗ ਕਰਵਾਤੀ, ਮਤਲਬ ਮੈਟਿੰਗ ਕਰਵਾਤੀ ਬਰੀਡਿੰਗ ਦੇ ਲਈ। ਤਾਂ ਉਹ ਕੀ ਹੋ ਗਿਆ, ਉਹ ਇੱਕ ਲਾਈਨ ਸਿਸਟਮ ਬਣ ਗਿਆ, ਹੈ ਨਾ, ਲਾਈਨ ਸਿਸਟਮ ਬਣ ਗਿਆ। ਤਾਂ ਇਹ ਕੀ ਬਣ ਗਿਆ, ਇਹ ਹੋ ਗਈ ਕਲੋਜ਼ ਇਨ ਬਰੀਡਿੰਗ ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ, ਕਲੋਜ਼ ਇਨ ਬਰੀਡਿੰਗ। ਤੇ ਉਸ ਤੋਂ ਬਾਅਦ ਦੇਖੋ, ਠੀਕ ਹੈ, ਚਲੋ ਕਲੋਜ਼ ਇਨ ਬਰੀਡਿੰਗ ਹੋ ਗਈ ਨਾ ਇਹ। ਤਾਂ ਉਸ ਤੋਂ ਬਾਅਦ ਜਿਹੜੀ ਹੁੰਦੀ ਆਊਟ ਬਰੀਡਿੰਗ ਦੇ ਵਿੱਚ ਦੂਸਰੀ ਕੈਟਾਗਰੀ ਦੇ ਵਿੱਚੋਂ, ਮਤਲਬ ਦੂਸਰੇ ਮਤਲਬ ਜਿਹੜੇ ਉਹਦੀ ਪੇਰੈਂਟਸ ਫੈਮਿਲੀ ਹੈ ਜਿਹੜੀ, ਉਹ ਤੇ ਉਹਦੇ ਨਾਲੋਂ ਅਲੱਗ ਦੂਸਰੇ ਕਿਸੇ ਨਾਲ ਮੈਟਿੰਗ ਕਰਵਾਈ ਜਾਂਦੀ ਹੈ। ਜਿਵੇਂ ਦੇਖੋ, ਸਾਰਿਆਂ ਤੋਂ ਪਹਿਲਾਂ ਹੁੰਦਾ ਹੈ ਆਊਟ ਕ੍ਰੋਸਿੰਗ ਦੇ ਵਿੱਚ ਤਾਂ ਨਾਰਮਲੀ ਕੀ ਹੁੰਦਾ ਹੈ, ਆਊਟ ਕ੍ਰੋਸਿੰਗ ਦੇ ਵਿੱਚ 2, ਜਿਵੇਂ ਇੱਧਰੋਂ ਤਾਂ ਉਹਦੇ ਪੇਰੈਂਟਸ ਇੱਕੇ ਪੇਰੈਂਟਸ ਦੇ ਅੱਗੇ ਬੱਚੇ ਚੱਲ ਰਹੇ ਸੀ, ਤਾਂ ਆਊਟ ਕ੍ਰੋਸਿੰਗ ਦੇ ਵਿੱਚ ਤਾਂ ਉਹ ਅਲੱਗ ਦੂਸਰੇ ਇੱਕ ਗਾਂ ਹੋਰ ਪੇਰੈਂਟਸ ਦੀ ਹੋਗੀ, ਅਤੇ ਜਿਹੜਾ ਬੁੱਲ ਹੈ ਉਹ ਹੋਰ ਪੇਰੈਂਟਸ ਦਾ ਹੋ ਗਿਆ, ਠੀਕ ਹੈ। ਤੇ ਦੂਸਰੀ ਹੁੰਦੀ ਹੈ ਜਿਹੜੀ ਕ੍ਰਾਸ ਬਰੀਡਿੰਗ ਦੇ ਵਿੱਚ ਕੀ ਹੁੰਦਾ ਕਿ ਅਲੱਗ ਬਰੀਡ ਦਾ ਆਪਸ ਦੇ ਵਿੱਚ ਕਰਵਾਉਣਾ, ਮਤਲਬ ਆਹ ਗਾਂ ਦੀ ਮਤਲਬ ਗਾਂ ਕਿਸੇ ਹੋਰ ਬਰੀਡ ਦੀ ਹੈ, ਠੀਕ ਹੈ ਜੀ। ਜਿਹੜਾ ਬੁੱਲ ਹੈ ਹੋਰ ਬਰੀਡ ਦਾ, ਮਤਲਬ ਹੋਰ ਨਸਲ ਦਾ ਕਿਸੇ ਦਾ। ਤਾਂ ਦੋਨੋਂ ਅਲੱਗ ਨਸਲਾਂ ਨੂੰ ਆਪਸ ਦੇ ਵਿੱਚ ਮੈਟਿੰਗ ਕਰਵਾ ਦੇਣਾ, ਉਹਨੂੰ ਕ੍ਰਾਸ ਬਰੀਡਿੰਗ ਕਹਿੰਦੇ ਆ। ਮਤਲਬ ਹੈ ਤਾਂ ਦੋਨੋਂ ਗਾਂ ਤੇ ਮਤਲਬ ਬੁੱਲੀ ਨੇ, ਪਰ ਉਹਨਾਂ ਦੀ ਅਲੱਗ ਜਿਹੜੀ ਉਹਨਾਂ ਦੀ ਬਰੀਡ ਹੈ ਨਾ, ਉਹ ਅਲੱਗ ਹੈ। ਉਹਨਾਂ ਨੂੰ ਆਪਸ ਦੇ ਵਿੱਚ ਆਪਾਂ ਮੈਟਿੰਗ ਕਰਵਾਤਾ, ਠੀਕ ਹੈ ਜੀ। ਕੋਈ ਬੱਚਾ ਇਹ ਵੀ ਸੋਚ ਰਿਹਾ ਨਾ, ਮੀਟਿੰਗ ਤੇ ਮੈਟਿੰਗ ਅਲੱਗ ਚੀਜ਼ ਹੁੰਦੀ ਹੈ, ਮੀਟਿੰਗ ਅਲੱਗ ਚੀਜ਼ ਹੁੰਦੀ ਹੈ, ਦੇਖੋ। ਤੇ ਹੁਣ ਤੀਸਰਾ ਆਪਣੇ ਕੋਲੇ ਆ ਗਿਆ ਗ੍ਰੇਡਿੰਗ ਅਪ ਦੇ ਵਿੱਚ ਕੀ ਹੁੰਦਾ ਹੈ ਕਿ ਮੰਨ ਲਓ ਆਪਾਂ ਨੂੰ ਗਾਂ ਦੀ ਨਸਲ ਆਪਾਂ ਨੂੰ ਨਹੀਂ ਪਤਾ ਕੀ ਹੈ, ਪਰ ਆਪਾਂ ਨੂੰ ਬੁੱਲ ਦੀ ਨਸਲ ਪਤਾ। ਆਪਾਂ ਚਾਹੁੰਦੇ ਹਾਂ ਕਿ ਜਿਹੜੀ ਗਾਂ ਦੇ ਬੱਚੇ ਜਿਹੜੇ ਹੋਣ ਉਹ ਇਸੇ ਨਸਲ ਦੇ ਹੋਣ। ਤਾਂ ਆਪਾਂ ਕੀ ਕਰਵਾ ਦਿੰਦੇ ਹਾਂ, ਇਹਦੀ ਜਿਸ ਟਾਈਮ ਮੈਟਿੰਗ ਕਰਵਾਉਂਦੇ ਹਾਂ, ਤਾਂ ਜਿਹੜੇ ਇਹਦੇ ਅੱਗੇ ਬੱਚੇ ਹੁੰਦੇ ਨੇ, ਇਸ ਬੁੱਲ ਦੇ ਕੁਛ ਗੁਣ ਉਸ ਬੱਚੇ ਦੇ ਵਿੱਚ ਆ ਜਾਂਦੇ ਨੇ, ਠੀਕ ਹੈ ਜੀ। ਕੁਛ ਗੁਣ ਉਹਦੇ ਵਿੱਚ ਆ ਗਏ, ਤਾਂ ਹੁਣ ਜਿਹੜਾ ਇਹਦਾ ਇਸ ਗਾਂ ਦਾ ਜਿਹੜਾ ਫੀਮੇਲ ਬੱਚਾ ਹੋਊਗਾ, ਫੀਮੇਲ ਬੱਚੇ ਦੀ ਦੁਬਾਰਾ ਤੋਂ ਚਾਹੇ ਤਾਂ ਇਸੇ ਬੁੱਲ ਨਾਲ ਜਾਂ ਇਸੇ ਕੈਟਾਗਰੀ ਦੇ ਦੂਸਰੇ ਕਿਸੇ ਬੁੱਲ ਨਾਲ ਮੈਟਿੰਗ ਕਰਵਾਵਾਂਗੇ, ਤਾਂ ਜਿਹੜੇ ਗੁਣ ਨੇ ਉਹਦੇ ਹੋਰ ਅੱਗੇ ਚੇਂਜ ਹੋ ਜਾਣਗੇ। ਤੀਸਰੀ ਜਨਰੇਸ਼ਨ ਦੇ ਵਿੱਚ ਜਾ ਕੇ ਗੁਣ ਹੋਰ ਚੇਂਜ ਹੋ ਜਾਣਗੇ, ਪਰ ਆਪਾਂ ਮਤਲਬ ਇਸੇ ਬਰੀਡ ਦੇ ਬੁੱਲ ਦੇ ਨਾਲ ਉਹਦੀ ਮੈਟਿੰਗ ਕਰਵਾਉਂਦੇ ਰਹਾਂਗੇ। ਤਾਂ ਉਹ ਕੀ ਹੋ ਜਾਊਗਾ, ਹੌਲੀ ਹੌਲੀ ਜਾ ਕੇ 6ਵੀਂ ਤੋਂ 7ਵੀਂ ਨਸਲ ਦੇ ਵਿੱਚ ਜਾ ਕੇ ਜਿਹੜੀ ਇਹ ਗਾਂ ਦੇ ਜਿਹੜੇ ਬੱਚੇ ਨੇ ਉਹ ਇਸ ਬੁੱਲ ਦੀ ਨਸਲ ਦੇ ਹੋ ਜਾਣਗੇ, ਠੀਕ ਹੈ ਜੀ। ਹੋਪ ਸਮਝ ਲੱਗ ਗਿਆ ਹੋਣਾ ਤੁਹਾਨੂੰ। ਉਸ ਤੋਂ ਬਾਅਦ ਜਿਹੜਾ ਚੌਥਾ ਰਹਿ ਗਿਆ, ਉਹ ਰਹਿ ਗਿਆ ਆਪਣੇ ਕੋਲੇ ਹਾਈਬ੍ਰਿਡਾਈਜੇਸ਼ਨ। ਉਹਦੇ ਵਿੱਚ ਕੁਛ ਨਾਰਮਲ ਨਹੀਂ, ਹਾਈਬ੍ਰਿਡ ਕੈਟਾਗਰੀ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਇੱਕ ਹਾਈਬ੍ਰਿਡ ਹੈ ਨਾ, ਹਾਈਬ੍ਰਿਡ ਮਤਲਬ ਇੱਕ ਜਾਨਵਰ ਦਾ, ਇੱਕ ਸਪੀਸੀ ਦਾ ਦੂਜੀ ਸਪੀਸੀ ਨਾਲ ਕਰਵਾਉਣਾ। ਜਿਵੇਂ ਕਿ ਘੋੜੇ ਤੇ ਗਧੇ ਦਾ ਮੈਟਿੰਗ ਕਰਵਾ ਕੇ, ਹੈ ਨਾ, ਖੱਚਰ ਹੁੰਦਾ ਹੈ, ਠੀਕ ਹੈ। ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਹੈ, ਤਾਂ ਕਰਕੇ ਆਪਾਂ ਬਹੁਤ ਜ਼ਿਆਦਾ ਚਲੋ ਠੀਕ ਹੈ, ਚੱਲਦੇ ਹਾਂ ਅੱਗੇ। ਦੇਖੋ, ਪ੍ਰੀ ਮਾਰਟਿਨ ਹੋ ਚੁੱਕਿਆ। ਗ੍ਰੇਡਿੰਗ ਅਪ ਤੁਸੀਂ ਸਮਝ ਹੀ ਚੁੱਕੇ ਹੋ। ਹਾਈਫਰ ਕਾਫ ਤੁਹਾਨੂੰ ਦੱਸੀ ਦਿੱਤਾ, ਫੀਮੇਲ ਕਾਫ ਜਿਹੜਾ 1 ਸਾਲ ਤੋਂ ਘੱਟ ਹੋਵੇ। ਹਾਈਫਰ ਇਹ ਵੀ ਤੁਹਾਨੂੰ ਦੱਸੀ ਦਿੱਤਾ, ਜਿਹਨੇ ਹਜੇ ਤੱਕ ਅੱਗੇ ਜਨਮ ਨਹੀਂ ਦਿੱਤਾ ਕਿਸੇ ਬੱਚੇ ਨੂੰ, ਠੀਕ ਹੈ ਜੀ। ਇਨ ਬਰੀਡਿੰਗ ਇਹ ਵੀ ਤੁਹਾਨੂੰ ਸਮਝਾ ਚੁੱਕਿਆ। ਇਨਹੈਰੀਟੈਂਸ ਹੁੰਦਾ, ਜਿਹੜੇ ਆਪਣੇ ਇੱਕ ਮਾਤਾ ਪਿਤਾ ਤੋਂ ਉਹਦੇ ਬੱਚਿਆਂ ਦੇ ਵਿੱਚ ਗੁਣ ਆ ਜਾਂਦੇ ਨੇ, ਵਿਰਾਸਤ ਦੇ ਵਿੱਚ ਉਹਨੂੰ ਜਿਹੜੇ ਗੁਣ ਮਿਲਦੇ ਨੇ ਉਹਨੂੰ ਆਪਾਂ ਇਨਹੈਰੀਟੈਂਸ ਕਹਿੰਦੇ ਹਾਂ, ਇਨ ਬਰੀਡਿੰਗ, ਠੀਕ ਹੈ।
ਜੈਸਟੇਸ਼ਨ ਪੀਰੀਅਡ ਤੁਹਾਨੂੰ ਇਹ ਵੀ ਦੱਸ ਹੀ ਚੁੱਕੇ ਹਾਂ। ਪ੍ਰੈਗਨੈਂਸੀ ਪੀਰੀਅਡ ਹੁੰਦਾ ਨਾਰਮਲੀ 283 ਹੁੰਦਾ ਗਾਵਾਂ ਦੇ ਵਿੱਚ। ਇੰਟਰਕਾਲਵਿੰਗ ਪੀਰੀਅਡ ਇਹ ਵੀ ਦੱਸੀ ਚੁੱਕੇ ਹਾਂ ਕਿ 2 ਜਿਹੜਾ ਸੂਏ ਦੇ ਵਿੱਚ ਦਾ ਟਾਈਮ ਹੁੰਦਾ, ਠੀਕ ਹੈ ਜੀ। ਲੈਕਟੇਸ਼ਨ ਕਰਵ ਕੀ ਹੁੰਦਾ ਹੈ, ਇਹ ਸਾਰਾ ਕੁਝ ਤੁਹਾਨੂੰ ਸਮਝਾ ਚੁੱਕੇ ਹਾਂ। ਲੈਕਟੇਸ਼ਨ ਲੈਂਥ ਇਹ ਵੀ ਤੁਹਾਨੂੰ ਆਪਾਂ ਦੱਸ ਚੁੱਕੇ ਹਾਂ, ਠੀਕ ਹੈ। ਉਮੀਦ ਹੈ ਤੁਹਾਨੂੰ ਸਾਰਾ ਕੁਝ ਇਹਦੇ ਵਿੱਚ ਸਮਝ ਲੱਗ ਗਿਆ ਹੋਣਾ, ਠੀਕ ਹੈ ਜੀ। ਲੱਗੇ ਰਹੋ ਆਪਣੀ ਮਿਹਨਤ ਦੇ ਵਿੱਚ, ਪਰਮਾਤਮਾ ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਜ਼ਰੂਰ ਦੇਣਗੇ, ਠੀਕ ਹੈ ਜੀ। ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਨਵੇਂ ਜੁੜੇ ਬੱਚੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸਤਿ ਸ਼੍ਰੀ ਅਕਾਲ ਜੀ।